ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ। ਰੇਡੀਓ ਦੁਆਬਾ ਲਾਈਵ ਦੇ ਵਿੱਚ ਆਪ ਜੀ ਦਾ ਸਵਾਗਤ। ਮੈਂ ਰਮਨ, ਲੈਕਚਰਰ ਪੰਜਾਬੀ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸੈਕਟਰ 1 ਤਲਵਾੜਾ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਬਹੁਤ ਹੀ ਗਿਆਨਵਰਧਕ ਤੇ ਮਨੋਰੰਜਨ ਵਿਸ਼ਾ ਲੈ ਕੇ ਆਪ ਜੀ ਦੇ ਰੂਬਰੂ ਹੋਈ ਹਾਂ। ਅੱਜ ਦਾ ਵਿਸ਼ਾ ਹੈ ਅਖਾਉਤਾਂ ਜਾਂ ਅਖਾਣਾ। ਜੇ ਭਾਸ਼ਾ ਮਨੁੱਖ ਦੇ ਵਿਅਕਤੀਤਵ ਦਾ ਗਹਿਣਾ ਹੈ ਤੇ ਅਖਾਣਾ ਉਹਨਾਂ ਵਿੱਚ ਨਗ ਦੀ ਤਰ੍ਹਾਂ ਹੁੰਦੀਆਂ ਹਨ। ਬੁਝਾਰਤਾਂ, ਕਥਾ ਕਹਾਣੀਆਂ ਵਾਂਗ ਅਖੌਤਾਂ ਵੀ ਕਿਸੇ ਸੱਭਿਆਚਾਰ ਦਾ ਸ਼ੀਸ਼ਾ ਹੁੰਦੀਆਂ ਹਨ, ਜਿਸ ਰਾਹੀਂ ਅਸੀਂ ਉਸ ਸੱਭਿਆਚਾਰ ਦੀ ਨੁਹਾਰ ਤੇ ਅਮੀਰੀ ਦੇ ਦਰਸ਼ਨ ਕਰ ਸਕਦੇ ਹਾਂ। ਅਖਾਣਾ ਭਾਸ਼ਾ ਦੀ ਸ਼ਕਤੀ ਹੁੰਦੀਆਂ ਹਨ। ਅਖੌਤਾਂ ਭਾਵ ਲੋਕਾਂ ਵੱਲੋਂ ਕੀਤੀਆਂ ਅਜਿਹੀਆਂ ਗੱਲਾਂ ਜੋ ਸਹਿਜ ਹੀ ਆਪਣੀ ਗੱਲ ਨੂੰ ਸਪਸ਼ਟ ਕਰਨ ਲਈ ਵਰਤੀਆਂ ਜਾਂਦੀਆਂ ਹਨ, ਜਾਂ ਕਹਿ ਲਓ ਕਿ ਆਮ ਲੋਕਾਂ ਦੇ ਮੂੰਹ ਚੜੀ ਕਿਸੇ ਗੱਲ ਨੂੰ ਢੁਕਵੇਂ ਮੌਕੇ ਤੇ ਕਹਿ ਦੇਣਾ, ਜੇ ਕੁੱਜੇ 'ਚ ਸਮੁੰਦਰ ਬੰਦ ਕਰ ਦੇਵੇ ਜਾਂ ਉਸ ਦਾ ਨਿਚੋੜ ਹੋਵੇ, ਉਸ ਨੂੰ ਅਖਾਉਤ, ਅਖਾਣਾ ਜਾਂ ਲੋਕੋਕਤੀ ਕਹਿ ਸਕਦੇ ਹਾਂ। ਜੇ ਅਸੀਂ ਇਸ ਨੂੰ ਨਿਖੇੜੀਏ, ਇਸ ਦੇ ਸ਼ਬਦਾਂ ਨੂੰ ਨਿਖੇੜੀਏ ਤਾਂ ਇਸ ਦੇ ਅਰਥਾਂ ਵੱਲ ਜਾਈਏ ਤਾਂ ਭਾਵ ਹੈ ਅਖਾਉਤਾਂ ਭਾਵ ਆਖਣਾ, ਕਹਿਣਾ, ਲੋਕੋਕਤੀ ਭਾਵ ਲੋਕਾਂ ਦੁਆਰਾ ਕਹੀ ਗਈ ਗੱਲ। ਲੋਕ ਸੂਝ ਦਾ ਭੰਡਾਰ ਹੁੰਦੀਆਂ ਹਨ। ਲੋਕ ਸਾਹਿਤ ਦੇ ਪੱਖੋਂ ਜੇ ਅਖੌਤਾਂ ਦੀ ਗੱਲ ਕਰੀਏ ਤਾਂ ਆਪਣੀ ਵਿਕੋਲਰੋਤੀ ਪ੍ਰਕਿਰਤੀ, ਪ੍ਰਗਟਾਓ, ਪ੍ਰਸੰਗ ਅਤੇ ਰੂਪ ਸਦਕਾ ਇਹ ਇੱਕ ਸੁਤੰਤਰ ਵਿਧਾ ਹੈ, ਜੋ ਕਿ ਕਿਸੇ ਸਾਹਿਤਕਾਰ ਜਾਂ ਮਹਾਨ ਵਿਅਕਤੀ ਦੀ ਨਹੀਂ, ਸਗੋਂ ਲੋਕਾਂ ਦੀ ਸਿਆਣਪ ਅਤੇ ਅਨੁਭਵ ਦਾ ਨਿਚੋੜ ਹੁੰਦਾ ਹੈ। ਵੈਸੇ ਵੀ ਲੋਕ ਸਾਹਿਤ ਦੀ ਕਿਸੇ ਵੀ ਰਚਨਾ ਦਾ ਮੂਲ ਰੂਪ ਵਿੱਚ ਕੋਈ ਨਾ ਕੋਈ ਗੁੰਮਨਾਮ ਰਚਨਹਾਰਾ ਹੁੰਦਾ ਹੈ। ਉਹ ਰਚਨਾ ਲੋਕਾਂ ਮਨਾਂ ਨੂੰ ਟੁੰਬਦੀ ਹੈ ਤੇ ਫਿਰ ਲੋਕਾਂ ਦੇ ਮੂੰਹ ਤੇ ਚੜ ਜਾਂਦੀ ਹੈ। ਹੁਣ ਜੇ ਇੱਥੇ ਅਸੀਂ ਲੋਕ ਸ਼ਬਦ ਵਰਤਿਆ ਹੈ ਤਾਂ ਬੱਚਿਓ, ਲੋਕ ਤੋਂ ਭਾਵ ਸੱਭਿਆਚਾਰ ਦੇ ਵਿੱਚ ਲੋਕ ਤੋਂ ਭਾਵ ਇਨਸਾਨਾਂ ਦਾ ਸਮੂਹ ਨਹੀਂ, ਸੱਭਿਆਚਾਰ ਯਾਨੀ ਕਿ ਉਹ ਲੋਕ ਭਾਵ ਉਹਨਾਂ ਮਨੁੱਖਾਂ ਦਾ ਸਮੂਹ ਜਿਨ੍ਹਾਂ ਵਿੱਚ ਭਾਸ਼ਾ ਦੀ, ਧਰਮ ਦੀ ਜਾਂ ਕਿਸੇ ਭੂਗੋਲਿਕ ਇਲਾਕੇ 'ਚ ਇਕੱਠੇ ਰਹਿਣ ਦੀ ਸਾਂਝ ਹੋਵੇ, ਉਸ ਨੂੰ ਲੋਕ ਕਿਹਾ ਜਾਂਦਾ ਹੈ। ਕਿਸੇ ਵੀ ਭਾਸ਼ਾ ਦੇ ਵਿੱਚ ਇਹਨਾਂ ਅਖਾਉਤਾਂ ਦਾ ਬਹੁਤ ਮਹੱਤਵ ਹੁੰਦਾ ਹੈ, ਕਿਉਂਕਿ ਇਹ ਲੋਕਾਂ ਦੇ ਮੂੰਹ ਤੇ ਚੜਿਆ ਹੋਇਆ ਮੌਖਿਕ ਰੂਪ ਦੇ ਵਿੱਚ ਯਾਦ ਕੀਤਾ ਹੋਇਆ ਸਾਹਿਤ ਹੁੰਦਾ ਹੈ। ਆਮ ਭਾਸ਼ਾ 'ਚ ਜੇ ਅਖਾਣਾ ਨੂੰ ਸਮਝਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਕੁਦਰਤ ਦੀ ਹਰੇਕ ਵਸਤੂ, ਕੁਦਰਤ ਦੇ ਨਿਯਮ, ਮਨੁੱਖਾਂ ਤੇ ਪਸ਼ੂ ਦੀਆਂ ਆਦਤਾਂ ਤੇ ਸੁਭਾਅ ਬਾਰੇ ਆਮ ਲੋਕਾਂ ਦੇ ਸੁੱਤੇ ਸਿੱਧ ਪ੍ਰਾਪਤ ਕੀਤੇ ਤਜਰਬੇ ਵੀ ਅਖਾਣਾ 'ਚੋਂ ਝਲਕਦੇ ਹਨ। ਪਿਆਰੇ ਵਿਦਿਆਰਥੀਓ, ਤੁਸੀਂ ਅਖਾਣਾ ਤੇ ਮੁਹਾਵਰੇ 10ਵੀਂ ਤੱਕ ਪੜ੍ਹ ਕੇ ਵੀ ਆਏ ਹੋ। 11ਵੀਂ ਦੇ ਵਿੱਚ ਤੁਸੀਂ ਮੁਹਾਵਰਿਆਂ ਨੂੰ ਬਹੁਤ ਵਿਆਖਿਆ ਨਾਲ ਪੜ੍ਹਿਆ। 12ਵੀਂ ਦੇ ਵਿੱਚ ਤੁਹਾਡੇ ਵਿਸ਼ੇ ਦੇ ਵਿੱਚ ਅਖਾਣਾ ਜਿਹੜੀਆਂ ਨੇ ਉਹ ਮੁੱਖ ਤੌਰ ਦੇ ਉੱਤੇ ਸ਼ਾਮਲ ਕੀਤੀਆਂ ਗਈਆਂ ਹਨ। ਪਰ ਇੱਕ ਪਿਛਲ ਝਾਤ ਮਾਰਦਿਆਂ ਅਖਾਣਾ ਤੇ ਮੁਹਾਵਰਿਆਂ ਵਿਚਲਾ ਅੰਤਰ ਸਮਝ ਲੈਣਾ ਵੀ ਫਾਇਦੇ ਵਾਲਾ ਹੀ ਹੋਵੇਗਾ। ਅਖਾਣ ਇੱਕ ਅਜਿਹਾ ਛੋਟਾ ਪੂਰਾ ਵਾਕ ਹੁੰਦੀ ਹੈ। ਉਦਾਹਰਨ ਦੇ ਤੌਰ ਦੇ ਉੱਤੇ ਖਿੱਦੋ ਫਰੋਲਿਆਂ ਲੀਰਾਂ ਹੀ ਨਿਕਲਦੀਆਂ ਹਨ। ਇਸ ਅਖਾਣ ਦੇ ਵਿੱਚ ਸਾਬਤ ਹੋ ਚੁੱਕੀ ਸੱਚਾਈ ਪੇਸ਼ ਹੁੰਦੀ ਹੈ। ਸੱਚ ਕੀ ਹੈ ਕਿ ਲੀਰਾਂ ਦੀ ਬਣੀ ਹੋਈ ਗੇਂਦ ਨੂੰ ਜੇ ਉਧੇੜਿਆ ਜਾਵੇ ਜਾਂ ਫਰੋਲਿਆ ਜਾਵੇ ਤਾਂ ਲੀਰਾਂ ਹੀ ਨਿਕਲਦੀਆਂ ਹਨ। ਇਹ ਸੱਚਾਈ ਹੀ ਹੈ ਕਿ ਜੇ ਪੁਰਾਣੀਆਂ ਗੱਲਾਂ ਨੂੰ ਯਾਦ ਕਰਦੇ ਰਹੀਏ ਜਾਂ ਉਹਨਾਂ ਤੇ ਬਹਿਸ ਕਰਦੇ ਰਹੀਏ ਤਾਂ ਹੱਥ ਕੁਝ ਵੀ ਨਹੀਂ ਆਉਂਦਾ। ਹੁਣ ਜੇ ਮੁਹਾਵਰੇ ਦੀ ਗੱਲ ਕਰੀਏ ਤਾਂ ਮੁਹਾਵਰਾ ਲਫ਼ਜ਼ਾਂ ਦਾ ਅਜਿਹਾ ਜੋੜ ਹੁੰਦਾ ਹੈ ਜਿਸ ਦੇ ਅਰਥ ਕਿਸੇ ਵਿਸ਼ੇਸ਼ ਕਿਸਮ ਦੇ
ਵਰਤਾਰੇ ਵੱਲ ਸੰਕੇਤ ਕਰਦੇ ਹਨ। ਜੇ ਬਣਤਰ ਪੱਖੋਂ ਵੇਖਿਆ ਜਾਵੇ ਤਾਂ ਮੁਹਾਵਰੇ ਅਤੇ ਅਖਾਣ ਦੇ ਵਿੱਚ ਕੀ ਫਰਕ ਆ ਜਾਂਦਾ ਹੈ? ਮੁਹਾਵਰੇ ਦੀ ਸਰਲਤਾ ਇਸ ਗੱਲ ਵਿੱਚ ਹੈ ਕਿ ਇਸ ਦੀ ਉਤਪਤੀ ਸਹਿਜਤਾ ਨਾਲ ਹੋ ਜਾਂਦੀ ਹੈ। ਇਸ ਦੇ ਉਲਟ ਅਖਾਣ ਨੂੰ ਇੱਕ ਲੰਬੀ ਚੌੜੀ ਪਰੰਪਰਾ ਦੀ ਕਸਵੱਟੀ ਵਿੱਚੋਂ ਲੰਘਣਾ ਪੈਂਦਾ ਹੈ ਤੇ ਇਸ ਦੀ ਬਣਤਰ ਜਾਂ ਇਸ ਦੀ ਪ੍ਰਕਿਰਿਆ ਬੜੀ ਗੁੰਝਲਦਾਰ ਹੈ। ਜਿਵੇਂ ਦਰਿਆ ਦੇ ਵਹਿਣ ਵਿੱਚੋਂ ਰਿੜ ਕੇ ਕੱਸ ਕੇ ਪੱਥਰ ਮੁਲਾਇਮ ਤੇ ਪਿਆਰੇ ਗੀਟੇ ਬਣ ਜਾਂਦੇ ਹਨ, ਤਿਵੇਂ ਹੀ ਸਮੇਂ ਦੇ ਵਹਿਣ 'ਚ ਵਹਿੰਦੀਆਂ ਇਹ ਆਪਣਾ ਸਾਹਿਤਿਕ ਰੂਪ ਧਾਰ ਲੈਂਦੀਆਂ ਹਨ। ਲੋਕ ਗੀਤਾਂ ਵਾਂਗ ਅਖੌਤਾਂ ਦਾ ਮੂਲ ਰਚਨਹਾਰਾ ਗੁਮਨਾਮ ਰਹਿ ਜਾਂਦਾ ਹੈ। ਆਮ ਲੋਕਾਂ ਦੇ ਜੀਵਨ ਦਾ ਨਿਚੋੜ, ਜੀਵਨ ਅਨੁਭਵ ਦਾ ਨਿਚੋੜ ਇਹਨਾਂ ਅਖਾਣਾਂ ਵਿੱਚੋਂ ਝਲਕਦਾ ਹੈ। ਉਦਾਹਰਨ ਦੇ ਤੌਰ ਦੇ ਉੱਤੇ ਕੁਝ ਅਖਾਣਾਂ ਤੁਹਾਡੀ ਸਮਝ ਦੇ ਲਈ ਮੈਂ ਤੁਹਾਨੂੰ ਦੱਸ ਰਹੀ ਹਾਂ। ਆਪਣੇ ਘਰ ਪਕਾਈ ਨਾ, ਸਾਡੇ ਘਰ ਆਈ ਨਾ। ਇਹ ਅਖਾਣ ਬੇਟਾ ਲਾਰਾ ਲੱਪਾ ਲਾਉਣ ਵਾਲੇ ਇਨਸਾਨ ਲਈ ਵਰਤਿਆ ਜਾਂਦਾ ਹੈ, ਭਾਵ ਇਨਸਾਨੀ ਸੁਭਾਅ ਨੂੰ ਦਰਸਾਉਂਦਾ ਹੈ। ਬੱਚਿਆਂ ਨੂੰ ਸਿੱਖਿਆ ਦਿੰਦੀ ਤੇ ਸਿਆਣਿਆਂ ਦਾ ਸਲਾਹ ਵੀ ਇਸ ਅਗਲੀ ਅਖਾਣ ਵਿੱਚੋਂ ਝਲਕਦੀ ਹੈ। ਅੱਤ ਭਲਾ ਨਾ ਬੋਲਣਾ, ਅੱਤ ਨਾ ਭਲੀ ਚੁੱਪ, ਭਾਵ ਅੱਤ ਦਾ ਬਹੁਤ ਜ਼ਿਆਦਾ ਬੋਲਣਾ ਵੀ ਚੰਗਾ ਨਹੀਂ ਹੁੰਦਾ ਤੇ ਲੋੜ ਪੈਣ ਤੇ ਸਮੇਂ ਸਿਰ ਧਾਰੀ ਗਈ ਚੁੱਪ ਵੀ ਮਾੜੀ ਹੁੰਦੀ ਹੈ। ਇਹ ਅਖਾਣਾ ਸਿਰਫ ਜ਼ਿੰਦਗੀ ਬਾਰੇ ਹੀ ਨਹੀਂ, ਜ਼ਿੰਦਗੀ ਤੋਂ ਬਾਅਦ ਵਾਲੇ ਸਫ਼ਰ ਦੇ ਵਿੱਚ ਲੋਕ ਜਾਂ ਪਰਲੋਕ, ਅਸੀਂ ਸੱਭਿਆਚਾਰ ਦੀ ਜਦੋਂ ਗੱਲ ਕਰਦੇ ਹਾਂ ਤੇ ਸਾਡੀ ਸੱਭਿਆਚਾਰ ਦੇ ਵਿੱਚ ਇਹ ਮਾਨਤਾ ਹੈ ਕਿ ਇਹ ਇੱਕ ਲੋਕ ਹੈ, ਮਨੁੱਖ ਨੇ ਇਸ ਤੋਂ ਬਾਅਦ ਪਰਲੋਕ 'ਚ ਚਲਾ ਜਾਣਾ ਹੈ। ਇਸ ਦੇ ਲਈ ਮਨੁੱਖੀ ਜੀਵਨ ਦੇ ਵਿੱਚ ਵਧੀਆ ਢੰਗ ਨਾਲ ਗੁਜ਼ਾਰਨ ਅਤੇ ਉਸ ਤੋਂ ਬਾਅਦ ਮੌਤ ਤੋਂ ਬਾਅਦ ਵੀ ਆਪਣਾ ਸੱਚਾਈ ਨੂੰ ਯਾਦ ਰੱਖਣ ਦੇ ਲਈ ਅਖਾਣ ਜਿਹੜੀ ਸਾਡੇ ਤੱਕ ਪੁੱਜੀ ਹੈ ਉਹ ਹੈ ਕੱਲ ਨਾਮ ਕਾਲ ਦਾ। ਕਾਲ ਸਮੇਂ ਨੂੰ ਵੀ ਕਿਹਾ ਜਾਂਦਾ ਹੈ, ਕਾਲ ਮੌਤ ਨੂੰ ਵੀ ਕਿਹਾ ਜਾਂਦਾ ਹੈ। ਬੱਚਿਓ, ਇਹ ਸਮਝਾਉਣਾ ਹੋਵੇ ਕਿ ਮਨੁੱਖ ਦੇ ਜੀਵਨ ਦੇ ਵਿੱਚ ਵਰਤਮਾਨ ਸਮੇਂ ਦੀ ਕੀ ਮਹੱਤਤਾ ਹੈ, ਉਸ ਦੇ ਲਈ ਦੱਸਿਆ ਹੈ ਕਿ ਵਰਤਮਾਨ ਸਮੇਂ 'ਚ ਕੀਤੇ ਜਾਣ ਵਾਲਾ ਕੰਮ ਹੀ ਸਾਰਥਕ ਹੁੰਦਾ ਹੈ। ਅਗਲੇ ਪਲ ਦੇ ਉੱਤੇ ਛੱਡਿਆ ਗਿਆ ਕੰਮ ਦਾ ਕੋਈ ਭਰੋਸਾ ਨਹੀਂ ਹੁੰਦਾ। ਇਸੇ ਤਰ੍ਹਾਂ ਮਨੁੱਖ ਦੇ ਜੀਵਨ ਦੇ ਵਿੱਚ ਸਮੇਂ ਦੀ, ਮੌਕੇ ਦੀ ਸਹੀ ਪਛਾਣ ਤੇ ਉਸ ਦੀ ਸੰਭਾਲ ਬਾਰੇ ਵੀ ਅਖਾਣ ਹੈ। ਬਲਦਾਂ ਦੇ ਚੋਰੀ ਹੋਣ ਪਿੱਛੋਂ ਜੰਦਰਾ ਲਾਉਣ ਦਾ ਕੀ ਲਾਭ? ਸਮੇਂ ਸਿਰ ਮੌਕੇ ਤੇ ਕੀਤੇ ਗਏ ਕੰਮ ਦਾ ਹੀ ਲਾਭ ਹੁੰਦਾ ਹੈ। ਇਹ ਸੱਚਾਈ ਹੈ ਜਿਹੜੀ ਸਾਡੇ ਸਿਆਣਿਆਂ ਨੇ ਆਪਣੇ ਅਨੁਭਵ ਦੇ ਨਾਲ ਸਮੇਂ ਦੀ ਕਸੌਟੀ ਦੇ ਉੱਤੇ ਪਰ ਨਿਕਲਦੀ ਹੋਈ ਸਾਡੇ ਤੱਕ ਪਹੁੰਚੀ ਹੈ ਕਿ ਜਿਸ ਚੀਜ਼ ਦੀ ਸੰਭਾਲ ਮੌਕੇ ਸਿਰ ਕਰ ਲਈ ਜਾਵੇ ਜਾਂ ਜਿਸ ਕੰਮ ਨੂੰ ਮੌਕੇ ਤੇ ਕੀਤਾ ਜਾਣਾ ਹੋਵੇ ਉਸ ਸਮੇਂ ਹੀ ਕਰ ਲਿਆ ਜਾਣਾ ਚਾਹੀਦਾ ਹੈ। ਉਸ ਤੋਂ ਬਾਅਦ ਵਿੱਚ ਉਸੇ ਕੰਮ ਨੂੰ ਕਰਨ ਦਾ ਕੋਈ ਵੀ ਲਾਭ ਨਹੀਂ ਹੁੰਦਾ। ਸਵਾਰਥੀ ਮਨੁੱਖ ਦੇ ਸੁਭਾਅ ਨੂੰ ਦਰਸਾਉਂਦੀ ਹੋਈ ਇੱਕ ਅਖਾਣ ਹੈ ਕੋਠਾ ਉਸਾਰਿਆ ਤਰਖਾਣ ਵਿਸਰਿਆ, ਭਾਵ ਜਦੋਂ ਆਪਣਾ ਕੰਮ ਨਿਕਲ ਗਿਆ ਤੇ ਕੰਮ ਕਰਨ ਵਾਲੇ ਵਿਅਕਤੀ ਨੂੰ ਭੁੱਲ ਜਾਣਾ ਸਵਾਰਥੀ ਮਨੁੱਖਾਂ ਦੀ ਫਿਤਰਤ ਹੁੰਦੀ ਹੈ। ਅਖਾਣਾ ਲੋਕ ਸਾਹਿਤ ਮੌਖਿਕ ਰੂਪ ਦੇ ਵਿੱਚ ਹੀ ਸਾਡੇ ਤੱਕ ਪੁੱਜਦਾ ਹੈ। ਆਮ ਤੌਰ ਤੇ ਹੁਣ ਇਸ ਮਹਾਨ ਵਿਰਸੇ ਨੂੰ ਸੰਭਾਲਣ ਦਾ ਜ਼ਿੰਮਾ ਸਾਡੇ ਬਜ਼ੁਰਗਾਂ ਜਾਂ ਪਿੰਡਾਂ 'ਚ ਠੇਠ ਪੰਜਾਬੀ ਬੋਲਣ ਵਾਲਿਆਂ ਸਿਰ ਹੀ ਹੈ। ਅਖੌਤਾਂ ਇਹਨਾਂ ਲੋਕਾਂ ਦੀ ਮੂੰਹ ਚੜੀ ਗੱਲ ਹੈ ਤੇ ਅਖਾਣ ਨੂੰ ਬੋਲਦੇ ਸੁਣਦੇ ਹੋਏ ਉਸ ਵਿਚਲੀ ਡੂੰਘਾਈ ਤੇ ਉਸ ਵਿਚਲਾ ਸਵਾਦ ਅਜੋਕੀ ਪੀੜ੍ਹੀ ਜਾਂ ਸ਼ਹਿਰੀਏ ਅਨੁਭਵ ਨਹੀਂ ਕਰ ਰਹੇ। ਤੁਹਾਡੀ ਜਮਾਤ ਦੇ ਵਿੱਚ ਇਸ ਨੂੰ ਵਿਸ਼ੇ ਦੀ ਵਿੱਚ ਸ਼ਾਮਲ ਕੀਤੇ ਜਾਣ ਦਾ ਉਦੇਸ਼ ਵੀ ਇਹੀ ਹੈ ਕਿ ਪੰਜਾਬੀ ਭਾਸ਼ਾ ਦੀ ਅਮੀਰੀ ਤੋਂ ਤੁਸੀਂ ਜਾਣੂ ਹੋਵੋ। ਆਪਣੀ ਗੱਲਬਾਤ ਨੂੰ ਪ੍ਰਭਾਵੀ ਬਣਾਉਣ ਦੇ ਲਈ ਇਹ ਅਖਾਣਾਂ ਤੁਹਾਡੀਆਂ ਮਦਦਗਾਰ ਸਾਬਤ ਹੋ ਸਕਦੀਆਂ ਹਨ। ਕਿਸੇ ਵੀ ਸੱਭਿਆਚਾਰ 'ਚ
ਲੋਕ ਮਨੁੱਖੀ ਗਿਆਨ ਦੀ ਪਟਾਰੀ ਅਖਾਣਾਂ ਨਾਲ ਭਰੀ ਹੁੰਦੀ ਹੈ। ਉਹੀ ਭਾਸ਼ਾ, ਉਹੀ ਸੱਭਿਆਚਾਰ ਅਮੀਰ ਮੰਨਿਆ ਜਾਂਦਾ ਹੈ ਜਿਸ ਦੀ ਕੋਲ ਅਖਾਣਾਂ ਦਾ ਅਥਾਹ ਭੰਡਾਰ ਹੋਵੇ। ਇਹ ਸਾਹਿਤ ਦਾ ਕਿਸੇ ਵੀ ਸਾਹਿਤ ਦਾ ਸਭ ਤੋਂ ਪਹਿਲਾ ਲਿਖਤੀ ਰੂਪ ਦੇ ਵਿੱਚ ਸਾਹਿਤ ਆਵੇ, ਉਸ ਤੋਂ ਵੀ ਪਹਿਲਾ ਤੇ ਪੁਰਾਣਾ ਰੂਪ ਹੁੰਦਾ ਹੈ। ਵਿਦਿਆਰਥੀਓ, ਅਖਾਣਾਂ ਸਾਡੇ ਕੋਲ ਪੀੜ੍ਹੀ ਦਰ ਪੀੜ੍ਹੀ ਸਫ਼ਰ ਕਰਦੀਆਂ ਹੋਈਆਂ ਮੌਖਿਕ ਰੂਪ ਦੇ ਵਿੱਚ ਸਾਡੇ ਤੱਕ ਪੁੱਜਦੀਆਂ ਹਨ ਤੇ ਕੋਈ ਵੀ ਮੌਖਿਕ ਰੂਪ ਦੇ ਵਿੱਚ ਸਾਹਿਤ ਉਦੋਂ ਤੱਕ ਹੀ ਅਮੀਰ ਜਾਂ ਆਪਣੇ ਸਿਖਰ ਤੇ ਪਹੁੰਚ ਸਕਦਾ ਹੈ ਜਦੋਂ ਤੱਕ ਉਸ ਨੂੰ ਲੋਕ ਵੱਡੇ ਰੂਪ ਦੇ ਵਿੱਚ, ਵਿਸ਼ਾਲ ਰੂਪ ਦੇ ਵਿੱਚ ਵਰਤੋਂ ਦੇ ਵਿੱਚ ਲਿਆਉਣ। ਅੱਜ ਦੇ ਤਕਨੀਕੀ ਯੁੱਗ ਦੇ ਵਿੱਚ ਜਦੋਂ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ, ਸਾਡੇ ਕੋਲ ਸੋਸ਼ਲ ਮੀਡੀਆ ਹੈ, ਸਾਡੇ ਕੋਲ ਪ੍ਰਿੰਟ ਮੀਡੀਆ ਹੈ ਤੇ ਇਹੀ ਮੌਖਿਕ ਰੂਪ ਦੇ ਵਿੱਚ ਪਹੁੰਚਿਆ ਹੋਇਆ ਖਜ਼ਾਨਾ ਹੁਣ ਲਿਖਤੀ ਰੂਪ ਦੇ ਵਿੱਚ ਸੰਭਾਲ ਕੇ ਰੱਖਿਆ ਜਾਣ ਲੱਗਾ ਹੈ। ਇਸ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ SS ਵਣਜਾਰਾ ਬੇਦੀ ਨੇ ਪਾਇਆ ਹੈ। ਉਹਨਾਂ ਨੇ ਆਪਣੀ ਕ੍ਰਿਤ ਲੋਕ ਆਖਦੇ ਹਨ ਦੇ ਵਿੱਚ 4000 ਤੋਂ ਵੱਧ ਅਖਾਣਾਂ ਨੂੰ ਸ਼ਾਮਲ ਕੀਤਾ ਤੇ ਸਾਨੂੰ ਉਸ ਅਥਾਹ ਸਾਗਰ ਦੀਆਂ ਗਹਿਰਾਈਆਂ ਦੇ ਵਿੱਚ ਗੋਤੇ ਲਵਾਏ ਜਿਸ ਦੇ ਕੰਢੇ ਤੇ ਖੜੇ ਹੋ ਕੇ ਅਸੀਂ ਉਸਦੇ ਕੁਝ ਤੁਪਕਿਆਂ ਨਾਲ ਹੀ ਤ੍ਰਿਪਤ ਹੋ ਰਹੇ ਸਾਂ। ਇਹ ਵੀ ਕਿਹਾ ਜਾ ਸਕਦਾ ਹੈ ਕਿ ਅਖਾਣਾਂ ਵਿੱਚ ਪੰਜਾਬ ਤੇ ਪੰਜਾਬੀ, ਰੱਬ ਤੇ ਮਨੁੱਖ, ਰੁੱਤਾਂ, ਕੁਦਰਤੀ ਕਹਿਰ, ਮਨੁੱਖ ਤੇ ਜੀਵਨ, ਸਰੀਰਕ ਅਵਸਥਾ, ਘਰੋਗੀ ਜੀਵਨ, ਸਮਾਜਿਕ ਭਾਈਚਾਰਕ ਜੀਵਨ, ਕੁਝ ਉਪਦੇਸ਼, ਕੁਝ ਚੇਤਾਵਨੀਆਂ, ਪਸ਼ੂ ਪੰਛੀਆਂ ਆਦਿ ਬਾਰੇ ਵਿਸਤਾਰ ਚਰਚਾ ਹੁੰਦੀ ਹੈ। ਲੋਕ ਸਾਹਿਤ ਆਮ ਤੌਰ ਦੇ ਉੱਤੇ ਪ੍ਰੇਰਨਾ ਤੇ ਸ਼ਕਤੀ ਪ੍ਰਦਾਨ ਕਰਦਾ ਹੈ। ਅਖੌਤਾਂ ਉਸ ਦੇ ਇਸ ਉਦੇਸ਼ ਨੂੰ ਪੂਰਾ ਕਰਦੀਆਂ ਹਨ। ਲੋਕ ਸਾਹਿਤ ਦੀ ਵਡਿਆਈ ਇਸ ਵਿੱਚ ਝਲਕਦੇ ਸੱਭਿਆਚਾਰਕ ਰੰਗ ਕਾਰਨ ਹੁੰਦੀ ਹੈ ਤੇ ਇਹ ਸੱਭਿਆਚਾਰਕ ਰੰਗ ਅਖਾਣਾਂ ਦੇ ਵਿੱਚੋਂ ਸਾਫ਼ ਪ੍ਰਗਟ ਹੁੰਦਾ ਹੈ। ਪ੍ਰਗਟਾ ਦੇ ਪੱਖੋਂ ਕਾਵਕ ਅੰਸ਼, ਨਾਟਕੀ ਅੰਸ਼, ਕਥਾ ਅੰਸ਼, ਕਈ ਸਾਹਿਤਿਕ ਗੁਣ ਇਸ ਵਿੱਚੋਂ ਨਜ਼ਰ ਆਉਂਦੇ ਹਨ। ਲੈ, ਸੰਜਮਤਾ ਤੇ ਸੰਖੇਪਤਾ ਦੇ ਗੁਣ ਇਸ ਨੂੰ ਹੋਰ ਸੁਰੀਲਾ ਬਣਾ ਦਿੰਦੇ ਹਨ। ਵਿਦਿਆਰਥੀ ਜੀਵਨ ਦੇ ਵਿੱਚ ਅਖਾਣਾਂ ਸਿਆਣਿਆਂ ਦੁਆਰਾ ਜਿਹੜੀਆਂ ਦੱਸੀਆਂ ਗਈਆਂ ਹਨ ਨਹੀਂ, ਜਿਹੜਾ ਉਹਨਾਂ ਨੇ ਸਿੱਟਾ ਕੱਢਿਆ ਹੈ, ਉਸ ਸਿੱਟੇ ਦੇ ਰਾਹੀਂ ਇੱਕ ਵਿਅਕਤੀ ਆਪਣੇ ਬਚਪਨ ਦੇ ਵਿੱਚ ਇਹਨਾਂ ਅਖਾਣਾਂ ਨੂੰ ਸੁਣਦਾ ਹੋਇਆ, ਇਹਨਾਂ ਤੇ ਅਮਲ ਕਰਦਾ ਹੋਇਆ ਆਪਣੇ ਜੀਵਨ ਦੇ ਫਲਸਫੇ ਨੂੰ ਹੋਰ ਵਧੀਆ ਢੰਗ ਦੇ ਨਾਲ ਤੇ ਬੜੀ ਮਜ਼ਬੂਤੀ ਦੇ ਨਾਲ ਜੀਵਨ ਦੇ ਰਾਹ ਤੇ ਤੁਰ ਸਕਦਾ ਹੈ। ਵਿਅਕਤੀ ਦੇ ਜੀਵਨ ਦੇ ਵਿੱਚ ਉਸ ਦੇ ਆਪਣੇ ਆਪ ਦੇ ਉੱਤੇ ਵਿਸ਼ਵਾਸ, ਆਪਣੇ ਆਪ ਦੇ ਉੱਤੇ ਭਰੋਸਾ ਕਿੰਨਾ ਜ਼ਰੂਰੀ ਹੈ ਤੇ ਉਸਦਾ ਕੀ ਮਹੱਤਵ ਹੈ। ਸਵੈ ਭਰੋਸਾ ਵੱਡਾ ਤੋਸਾ। ਤੋਸਾ ਅੰਮ੍ਰਿਤ ਨੂੰ ਕਿਹਾ ਜਾਂਦਾ ਹੈ ਬੇਟਾ। ਸਵੈ ਭਰੋਸਾ ਵੱਡਾ ਤੋਸਾ। ਆਪਣੇ ਆਪ ਤੇ ਕੀਤੇ ਗਏ ਭਰੋਸੇ ਤੋਂ ਜ਼ਿਆਦਾ ਮਜ਼ਬੂਤ ਚੀਜ਼ ਹੋਰ ਕੋਈ ਨਹੀਂ ਹੁੰਦੀ। ਇਸੇ ਤਰ੍ਹਾਂ ਸੰਗ ਤਾਰੇ ਕੁਸੰਗ ਡੋਬੇ। ਕੁਸੰਗ ਮਤਲਬ ਮਾੜੀ ਸੰਗਤ। ਬੱਚੇ ਨੂੰ ਇਹ ਦੱਸਣ ਦੇ ਲਈ, ਸਮਝਾਉਣ ਦੇ ਲਈ ਕਿ ਜ਼ਿੰਦਗੀ ਦੇ ਵਿੱਚ ਚੰਗੇ ਲੋਕਾਂ ਦਾ, ਚੰਗੇ ਦੋਸਤਾਂ ਦਾ ਸਾਥ ਹੋਣਾ ਕਿੰਨਾ ਜ਼ਰੂਰੀ ਹੈ ਕਿ ਜੇ ਸੰਗ ਕੁਸੰਗ ਹੋ ਜਾਏ ਤਾਂ ਫਿਰ ਜੀਵਨ ਦੇ ਵਿੱਚ ਮਨੁੱਖ ਨਿਘਾਰ ਵੱਲ ਹੀ ਚਲਾ ਜਾਂਦਾ ਹੈ। ਵਿਦਿਆਰਥੀਆਂ ਨੂੰ ਮਿਹਨਤ ਕਰਨ ਦੀ ਪ੍ਰੇਰਨਾ ਦਿੰਦੀ ਹੋਈ ਇੱਕ ਹੋਰ ਅਖਾਣ ਹੈ, ਜੋ ਰਾਤੀ ਜਾਗਣ ਕਾਲੀਆਂ, ਸੋਈ ਖਾਣ ਸੁਖਾਲੀਆਂ। ਭਾਵ ਜੇ ਇਸ ਨੂੰ ਸਿਰਫ ਵਿਦਿਆਰਥੀ ਜੀਵਨ ਨਾਲ ਅਸੀਂ ਜੋੜ ਕੇ ਦੇਖੀਏ ਤਾਂ ਇਸ ਦਾ ਭਾਵ ਇਹ ਹੈ ਕਿ ਜੋ ਮਿਹਨਤ ਕਰਦੇ ਹੋਏ, ਰਾਤ ਨੂੰ ਜਾਗ ਕੇ ਪੜ੍ਹਾਈ ਕਰਦੇ ਹੋਏ ਜੋ ਮਿਹਨਤ ਕਰਦੇ ਹਨ, ਉਹ ਆਪਣੇ ਜੀਵਨ ਦੇ ਵਿੱਚ ਸੁਖੀ ਰਹਿੰਦੇ ਹਨ। ਵਿਦਿਆ ਦੇ ਮਹੱਤਵ ਨੂੰ ਹੀ ਪ੍ਰਗਟਾਉਂਦੀ ਹੋਈ ਹੈ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ।
ਜੇ ਭਾਸ਼ਾ ਦੀ ਅਮੀਰੀ ਜਾਂ ਉਸਦੇ ਜੁੱਸੇ ਨੂੰ ਜਾਣਨਾ ਹੋਵੇ ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਅਖਾਣਾਂ ਭਾਸ਼ਾ ਦੀ ਪ੍ਰਗਟਾ ਸਮਰੱਥਾ ਦੀ ਜਿੰਦ ਜਾਨ ਹੁੰਦੀਆਂ ਹਨ। ਇਹ ਅਖਾਣਾਂ ਸਾਡੇ ਭਾਸ਼ਾਈ ਤੇ ਸੱਭਿਆਚਾਰਕ ਵਿਰਸੇ ਦਾ ਇੱਕ ਹਿੱਸਾ ਹਨ, ਲੋਕ ਸਾਹਿਤ ਦਾ ਅੰਗ ਹਨ। ਭਾਸ਼ਾ ਦੇ ਵਹਾਅ ਵਿੱਚ ਚਲਦਿਆਂ ਚਲਦਿਆਂ ਇਸ ਦੇ ਵਿੱਚ ਇੱਕ ਅਜੀਬ ਲਿਆਤਮਕਤਾ, ਇੱਕ ਸੁੰਦਰਤਾ ਆ ਜਾਂਦੀ ਹੈ। ਲੋਕ ਮਨ ਤੇ ਲੋਕ ਅਨੁਭਵ ਦੀਆਂ ਝਲਕਾਂ ਵੀ ਇਹਦੇ ਵਿੱਚੋਂ ਸਾਨੂੰ ਨਜ਼ਰ ਆਉਂਦੀਆਂ ਹਨ। ਭਾਸ਼ਾ ਦੇ ਵਿਦਿਆਰਥੀ ਜੇ ਇਹਨਾਂ ਅਖਾਣਾਂ ਨੂੰ ਕੀਮਤੀ ਸਿੱਕਿਆਂ ਤੇ ਮੋਹਰਾਂ ਵਾਂਗ ਸਮਝਣ ਤਾਂ ਫਿਰ ਤਾਂ ਉਹਨਾਂ ਦੀ ਅਮੀਰੀ ਕਮਾਲ ਦੀ ਹੀ ਹੋ ਸਕਦੀ ਹੈ, ਕਿਉਂਕਿ ਅਖੌਤਾਂ ਪੀੜ੍ਹੀ ਦਰ ਪੀੜ੍ਹੀ ਅਣਗਿਣਤ ਬੋਲਣ ਵਾਲਿਆਂ ਦੇ ਵਰਤਦੇ ਰਹਿਣ ਕਾਰਨ, ਭਾਵ ਕਿ ਲੋਕ ਇਸ ਨੂੰ ਵਰਤਦੇ ਹਨ ਤੇ ਇਸ ਵਿੱਚ ਅਜਿਹੀ ਖੂਬੀਆਂ ਆ ਜਾਂਦੀਆਂ ਹਨ ਜਿਸ ਕਰਕੇ ਇਹ ਸੁਣਨ ਵਾਲੇ ਦੇ ਮਨ ਉੱਤੇ ਡੂੰਘੀ ਛਾਪ ਛੱਡ ਦਿੰਦੀਆਂ ਹਨ। ਵਿਦਿਆਰਥੀਓ, ਤੁਸੀਂ ਆਪਣੀ ਜਮਾਤ ਦੇ ਵਿੱਚ ਅਖੌਤਾਂ ਪੜ੍ਹ ਕੇ ਆਪਣੀ ਪੰਜਾਬੀ ਭਾਸ਼ਾ ਦੀ ਅਮੀਰੀ ਦਾ ਅਨੁਭਵ ਕਰ ਸਕਦੇ ਹੋ। ਦੂਜੀ ਇਹ ਵੀ ਗੱਲ ਹੈ ਕਿ ਆਪਣੀ ਗੱਲਬਾਤ ਜਾਂ ਲਿਖਤ ਦੇ ਵਿੱਚ ਤੁਸੀਂ ਜਾਨ ਵੀ ਭਰ ਸਕਦੇ ਹੋ। ਤੀਜੀ ਗੱਲ ਇਹ ਹੈ ਕਿ ਸਾਡੇ ਪੁਰਵਜਾਂ ਦੇ ਜੀਵਨ ਅਨੁਭਵ ਤੋਂ ਜਾਣੂ ਹੋਣ ਨਾਲ ਉਸ ਦੀ ਜੀਵਨ ਸੋਝੀ ਵਿੱਚ ਵਾਧਾ ਵੀ ਹੋ ਜਾਂਦਾ ਹੈ। ਬੇਟਾ, ਸਾਡੀ ਇਹ ਜ਼ਿੰਦਗੀ, ਪੂਰੀ ਜ਼ਿੰਦਗੀ ਅਨੁਭਵ ਹਾਸਲ ਕਰਕੇ ਜੇ ਅਸੀਂ ਕੁਝ ਸਿੱਖੀਏ ਉਸ ਦੇ ਲਈ ਬਹੁਤ ਥੋੜ੍ਹੀ ਹੈ। ਇਸ ਲਈ ਮਨੁੱਖ ਸਿਰਫ ਆਪਣੇ ਹੀ ਨਹੀਂ ਸਗੋਂ ਦੂਜਿਆਂ ਦੇ ਅਨੁਭਵ ਤੋਂ ਵੀ ਬਹੁਤ ਕੁਝ ਸਿੱਖਦਾ ਹੈ ਤੇ ਅਖਾਣਾਂ ਦੇ ਰਾਹੀਂ ਇਹ ਅਨੁਭਵ ਹਾਸਲ ਕੀਤੇ ਜਾ ਸਕਦੇ ਹਨ। ਵੈਸੇ ਤਾਂ ਲੋਕ ਸਾਹਿਤ ਦੇ ਵਿੱਚ ਰਚਨ ਵਾਲਾ ਰਚਨਹਾਰਾ ਗੁੰਮਨਾਮ ਹੀ ਰਹਿ ਜਾਂਦਾ ਹੈ, ਕਿਉਂਕਿ ਉਹ ਲੋਕ ਦਿਲਾਂ ਦੇ ਵਿੱਚ ਉਸਦੀ ਕਿਰਤ, ਉਸ ਦੇ ਬੋਲ ਘਰ ਘਰ ਜਾਂਦੇ ਹਨ। ਇਸ ਕਰਕੇ ਲੋਕ ਮਨਾਂ ਦੇ ਉੱਤੇ ਡੂੰਘੀ ਛਾਪ ਛੱਡਦੇ ਹੋਏ ਜਦੋਂ ਉਹ ਲੋਕਾਂ ਦੇ ਮੂੰਹ ਤੇ ਚੜ ਜਾਂਦੇ ਹਨ ਤਾਂ ਲੋਕ ਸਾਹਿਤ ਦਾ ਰੂਪ ਹਾਸਲ ਕਰਦੇ ਹਨ। ਮੌਖਿਕ ਰੂਪ ਦੇ ਵਿੱਚ ਲੋਕ ਸਾਹਿਤ ਸਾਡੇ ਸਾਹਮਣੇ ਆਉਂਦਾ ਹੈ, ਪਰ ਅਖਾਣਾਂ ਦੀ ਵਡਿਆਈ ਦਾ ਪ੍ਰਮਾਣ ਇਸ ਤੋਂ ਵੱਡਾ ਕੀ ਹੋ ਸਕਦਾ ਹੈ ਕਿ ਕੁਝ ਅਖਾਣਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਪੰਜਾਬ ਦੇ ਸਿਰਮੌਰ ਸਾਹਿਤਕਾਰਾਂ ਨੇ ਉਚਾਰਿਆ ਜਾਂ ਆਪਣੇ ਅਨੁਭਵ ਨੂੰ ਦੱਸਿਆ ਤੇ ਉਹ ਅਖੌਤਾਂ ਹੀ ਬਣ ਗਈਆਂ। ਉਹ ਉਹਨਾਂ ਦੇ ਨਾਮ ਨਾਲ ਹੀ ਜੁੜ ਗਈਆਂ, ਜਿਵੇਂ ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਜੀ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ, ਵਾਦੜੀਆਂ ਸਜਾਦੜੀਆਂ ਨਿਭਨ ਸਿਰਾਂ ਦੇ ਨਾਲ। ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਅਖਾਣ ਨਿੱਤ ਦੀ ਬੋਲ ਚਾਲੀ ਦਾ ਸੁਹਜ ਹੈ। ਇਹ ਗੱਲ ਨੂੰ ਬਹੁਤ ਚਟਪਟਾ, ਸੁਆਦਲਾ ਤੇ ਰੋਚਕ ਬਣਾਉਣ ਦੀ ਸਮਰੱਥਾ ਰੱਖਦੀ ਹੈ। ਅਖਾਣ ਬਹੁਤ ਵੱਡੀ ਗੱਲ ਨੂੰ ਥੋੜੇ ਸ਼ਬਦਾਂ 'ਚ ਕਹਿਣ ਦੀ ਸਮਰੱਥਾ ਰੱਖਦੀ ਹੈ। ਮਨੁੱਖੀ ਜੀਵਨ ਅਖਾਣਾਂ ਉੱਤੇ ਹੀ ਉਸਰਦਾ ਹੈ ਤੇ ਲੋਕਾਂ ਦੇ ਮੂੰਹ ਤੇ ਚੜ੍ਹਦਾ ਹੈ। ਅੰਤ ਮੈਂ ਆਪਣੇ ਵਿਸ਼ੇ ਨੂੰ ਤੇ ਬਾਣੀ ਨੂੰ ਇਸ ਗੱਲ ਨਾਮ ਦੇ ਕੇ ਖਤਮ ਕਰਦੀ ਹਾਂ ਕਿ ਅਖਾਣਾਂ ਸਿਆਣਿਆਂ ਦੇ ਅਨੁਭਵ ਦਾ ਨਿਚੋੜ ਹੁੰਦੀਆਂ ਹਨ, ਜੋ ਅਨੁਭਵ ਨਿੱਤ ਦੀ ਜੀਵਨ ਚੋਂ ਹੀ ਪੈਦਾ ਹੁੰਦੇ ਹਨ। ਅੱਜ ਦੇ ਵਿਸ਼ੇ ਤੇ ਕੀਤੀ ਗਈ ਵਿਚਾਰ ਚਰਚਾ ਸਾਗਰ ਵਿੱਚੋਂ ਉੱਠਦੀਆਂ ਅਨੇਕ ਲਹਿਰਾਂ ਵਿੱਚੋਂ ਇੱਕ ਕਣੀ ਹੀ ਸੀ। ਇਸ ਨੂੰ ਆਪਣੇ ਜੀਵਨ ਦਾ ਅੰਗ ਬਣਾ ਕੇ ਇਸ ਦੇ ਅਥਾਹ ਤੇ ਡੂੰਘੇ ਸਮੁੰਦਰ 'ਚ ਗੋਤੇ ਲਾਏ ਜਾ ਸਕਦੇ ਹਨ। ਪਰ ਕੌੜੀ ਤੇ ਯਥਾਰਥਕ ਸੱਚਾਈ ਇਹੀ ਹੈ ਕਿ ਵਰਤਮਾਨ ਦੌਰ 'ਚ ਅਖਾਣਾਂ ਪ੍ਰਤੀ ਲਾਪਰਵਾਹੀ ਵੇਖਣ ਨੂੰ ਮਿਲਦੀ ਹੈ। ਇਸ ਵੱਲ ਧਿਆਨ ਦੇਣ ਤੇ ਵਿਚਾਰਨ ਦੀ ਲੋੜ ਹੈ। ਸਾਨੂੰ ਆਪਣੀ ਨਵੀਂ ਪੀੜ੍ਹੀ ਨੂੰ ਇਸ ਦਾ ਦੋਸ਼ ਦੇਣਾ ਸਹੀ ਨਹੀਂ ਕਹਾਇਆ ਜਾ ਸਕੇਗਾ, ਕਿਉਂਕਿ ਨਵੀਂ ਪੀੜ੍ਹੀ ਆਪਣੇ ਪੁਰਖਿਆਂ ਤੋਂ ਹੀ ਵਿਰਾਸਤ ਹਾਸਲ ਕਰਦੀ ਹੈ ਤੇ ਇਸ ਪੀੜ੍ਹੀ ਨੂੰ ਇਸ ਵਿਰਾਸਤ ਨੂੰ ਦੇਣਾ, ਜਿੱਥੇ ਅੱਜ ਦੇ ਦੌਰ ਦੀ ਇਹ ਸਭ ਤੋਂ ਵੱਡੀ ਮੰਗ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ। ਤੇ ਵਿਦਿਆਰਥੀਓ, ਅਖੀਰ ਦੇ ਵਿੱਚ ਕੋਈ ਵੀ ਸੱਭਿਅਤਾ ਜਾਂ ਸਮਾਜ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਹੀ ਸੁਰੱਖਿਅਤ ਰਹਿੰਦਾ ਹੈ ਤੇ ਆਸ ਕਰਦੇ ਹਾਂ ਕਿ ਇਸ
ਇਸ ਵਿਸ਼ੇ ਨੂੰ ਤੁਸੀਂ ਧਿਆਨ ਦੇ ਨਾਲ ਸਮਝੋਗੇ, ਇਸ ਤੇ ਵਿਚਾਰ ਕਰੋਗੇ ਤੇ ਆਪਣੇ ਬਜ਼ੁਰਗਾਂ ਤੋਂ, ਆਪਣੇ ਘਰਦਿਆਂ ਤੋਂ, ਆਪਣੇ ਸਿਆਣਿਆਂ ਤੋਂ ਇਸ ਵੱਲ ਹੋਰ ਜ਼ਿਆਦਾ ਧਿਆਨ ਦਓਗੇ ਤੇ ਇਸ ਚੀਜ਼ ਨੂੰ, ਅਖਾਣਾਂ ਨੂੰ ਆਪਣੀ ਜ਼ਿੰਦਗੀ 'ਚ ਸ਼ਾਮਲ ਕਰਦੇ ਹੋਏ ਆਪਣੇ ਪੁਰਖਿਆਂ ਦੀ ਵਿਰਾਸਤ ਨੂੰ ਅੱਗੇ ਲਿਜਾਣ ਦਾ ਯਤਨ ਕਰੋਗੇ। ਇਸੇ ਆਸ ਦੇ ਵਿੱਚ ਤੁਹਾਡੇ ਕੋਲੋਂ ਵਿਦਾ ਲੈਂਦੀ ਹਾਂ। ਆਸ ਹੈ ਕਿ ਕੁਝ ਚਿਣਗ ਤੁਹਾਡੇ ਅੰਦਰ ਅਖਾਣਾਂ ਪ੍ਰਤੀ ਜ਼ਰੂਰ ਜਾਗੀ ਹੋਏਗੀ। ਧੰਨਵਾਦ। ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ।